ਇੱਕ ਬਜ਼ੁਰਗ ਹੱਸਦਾ ਹੋਇਆ ਕਹਿ ਰਿਹਾ ਸੀ, ਬਹੁਤਾਂਤ ਵਿੱਚ ਮੈਨੂੰ ਪੜ੍ਹੇ ਲਿਖੇ ਖੋਤੇ ਹੀ ਜਾਪਦੇ ਨੇ। ਅਸਾਂ ਕਿਹਾ, ਬਾਪੂ ਜੀ ਥੋੜਾ ਤਾਂ ਲਿਹਾਜ਼ ਕਰੋ, ਇਹ ਤਾਂ ਸ਼ਬਦਾਵਲੀ ਤੁਸੀਂ ਗਲਤ ਪਏ ਵਰਤੀ ਜਾਂਦੇ। ਤੁਸੀਂ ਸਾਨੂੰ ਸਰੇਆਮ ਹੀ ਖੋਤਾ ਕਹੀ ਜਾਂਦੇ। ਥੋੜੇ ਗੰਭੀਰ ਲਹਿਜੇ ਵਿੱਚ ਉਹ ਕਹਿੰਦੇ, ਮੈਂ ਦਲੀਲ ਦੇ ਸਕਦਾ ਇਸ ਗੱਲ ਦੀ ਕਿ ਮੈਂ ਗਲਤ ਨਹੀਂ ਕਹਿ ਰਿਹਾ। ਹਾਂ, ਪਰ ਮੈਂ ਇਹ ਵੀ ਕਹਿਣਾ ਕਿ ਇਹ ਗੱਲ ਮੈਂ ਸਾਰਿਆਂ ਵਾਸਤੇ ਵੀ ਨਹੀਂ ਕਹਿ ਰਿਹਾ। ਕੁਝ ਹੈਗੇ ਨੇ ਜਿਨ੍ਹਾਂ 'ਤੇ ਮੈਂ ਚੋਟ ਕਰ ਰਿਹਾ। ਬੁਰਾ ਨਾ ਮੰਨੀ ਕਾਕਾ, ਮੈਂ ਤਾਂ ਬਸ ਉਹਨਾਂ ਨੂੰ ਸ਼ੀਸ਼ੇ ਅੱਗੇ ਖੜਾ ਕਰ ਰਿਹਾ। ਜਰਾ ਸਮਝ ਕੇ ਦੇਖ, ਕਿਸੇ ਖੋਤੇ ਉੱਤੇ 10 ਕਿਤਾਬਾਂ ਲੱਦ ਕੇ ਅਗਰ ਪੂਰੇ ਪਿੰਡ ਦਾ ਗੇੜਾ ਲਵਾ ਦਈਏ ਤਾਂ ਉਹ ਗਿਆਨੀ ਨਹੀਂ ਬਣ ਜਾਂਦਾ, ਉਹ ਖੋਤਾ ਹੀ ਰਹੇਗਾ, ਕਿਉਂਕਿ ਉਸਨੇ ਕਿਤਾਬਾਂ ਨਹੀਂ, ਕਿਤਾਬਾਂ ਦਾ ਬੋਝ ਹੀ ਇਕੱਠਾ ਕੀਤਾ। ਬਿਲਕੁਲ ਉਸੇ ਤਰ੍ਹਾਂ ਇੱਕ ਬੰਦਾ ਪੜ੍ਹ ਲਿਖ ਕੇ ਵੀ ਅਗਰ ਹੰਕਾਰੀ, ਦੁਸ਼ਟ ਤੇ ਜ਼ਾਲਮ ਹੈ, ਉਹ ਵੀ ਖੋਤਾ ਹੀ ਹੈ, ਕਿਉਂਕਿ ਉਸਨੇ ਕਿਤਾਬਾਂ ਪੜ੍ਹ ਗਿਆਨ ਨਹੀਂ ਸਗੋਂ ਗਿਆਨ ਦਾ ਹੰਕਾਰ ਹੀ ਇਕੱਠਾ ਕੀਤਾ। ਚਾਹੀਦਾ ਤਾਂ ਇਹ ਸੀ ਕਿ ਇਕੱਠੇ ਕੀਤੇ ਗਿਆਨ ਨੂੰ ਹੰਕਾਰ ਰੂਪੀ ਬੋਝ ਨਾ ਬਣਾਉਂਦਾ, ਸਗੋਂ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਵੀ ਅਪਣਾਉਂਦਾ। ਅਸਲ ਸਿਆਣੇ ਮੈਂ ਉਹਨਾਂ ਨੂੰ ਸਮਝਦਾ ਜਿਹੜੇ ਕਿਤਾਬੀ ਅੱਖਰਾਂ ਨੂੰ ਸਿਰਫ ਆਪਣੇ ਦਿਮਾਗ ਵਿੱਚ ਸੰਗ੍ਰਹਿ ਨਹੀਂ ਕਰਦੇ, ਸਗੋਂ ਆਪਣੇ ਦਿਲ ਤੇ ਆਪਣੀ ਸੋਚ ਦੇ ਵਿੱਚ ਵੀ ਭਰਦੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਿੰਘ ਸਾਇੰਸ ਕਨਸੈਪਟ ਕਲਾਸਿਸ 2.0। ਤੇ ਜਿੱਥੇ ਤੱਕ ਮੇਰਾ ਖਿਆਲ ਹੈ ਪਿੱਛੇ ਆਪਣੇ 3000 ਸਬਸਕ੍ਰਾਈਬਰ ਹੋ ਗਏ ਹੋਣੇ ਜਿੰਨੇ ਤੱਕ ਮੈਂ ਇਹ ਵੀਡੀਓ ਬਣਾ ਰਿਹਾ। ਬੜੀ ਮੁਬਾਰਕਾਂ ਵਾਲੀ ਗੱਲ ਹੈ, ਬੜੇ ਤੁਹਾਡਾ ਸਾਰਿਆਂ ਦਾ ਧੰਨਵਾਦ। ਜਦੋਂ ਮੈਂ ਪੇਪਰ ਅਪਲੋਡ ਕੀਤੇ ਸੀ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਬੱਚਿਆਂ ਦਾ ਸਪੋਰਟ ਮਿਲਿਆ ਤੇ ਤਰੱਕੀ ਵਾਲੀ ਗੱਲ ਹੈ, ਉਸ ਵਾਸਤੇ ਸੀਰੀਅਸਲੀ ਥੈਂਕ ਯੂ ਸਾਰਿਆਂ ਦਾ। ਤੇ ਆਪਾਂ ਅੱਜ ਗੱਲ ਕਰਨ ਲੱਗੇ ਹਾਂ ਕਲਾਸ 11th ਅਕਾਊਂਟੈਂਸੀ ਕੰਟੀਨਿਊ ਕਰਦੇ ਹਾਂ। ਹਾਂ, ਮੈਂ ਵੀਡੀਓਜ਼ ਉਹਦੀਆਂ ਵੀ ਪਾਊਂਗਾ, ਕੀ ਕਹਿੰਦੇ ਆ 10th ਮੈਥਸ ਦੀਆਂ ਵੀ, ਚਿੰਤਾ ਨਾ ਕਰਿਓ। ਫਿਲਹਾਲ ਦੀ ਘੜੀ ਜਿੰਨਾ ਕੁ ਮੇਰੇ ਕੋਲ ਟਾਈਮ ਹੋਊਗਾ ਮੈਂ ਕਲਾਸ 11th ਅਕਾਊਂਟੈਂਸੀ ਪਲੱਸ ਕਲਾਸ 10th ਮੈਥਸ ਇਸ ਨੂੰ ਆਪਾਂ ਕੰਟੀਨਿਊ ਕਰਾਂਗੇ। ਅੱਜ ਵੀਡੀਓ ਅਕਾਊਂਟੈਂਸੀ ਦੇ ਰਹੇ ਹਾਂ, ਨੈਕਸਟ ਵੀਡੀਓ ਤੁਹਾਨੂੰ ਕਲਾਸ 10th ਮੈਥਸ ਦੀ ਮਿਲੇਗੀ। ਤੇ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਕੈਸ਼ ਬੁੱਕ ਵਾਲੇ ਚੈਪਟਰ ਨੂੰ ਕੰਟੀਨਿਊ ਕਰਦੇ ਹੋਏ ਇੱਕ ਪਿਆਰਾ ਜਿਹਾ ਟੌਪਿਕ ਕੈਸ਼ ਬੁੱਕ ਵਿੱਚੋਂ, ਜਿਹਦਾ ਨਾਮ ਸੀ ਪੈਟੀ ਕੈਸ਼ ਬੁੱਕ। ਪੈਟੀ ਮਤਲਬ ਸਮਾਲ, ਛੋਟਾ। ਪੈਟੀ ਕੈਸ਼ ਬੁੱਕ ਸਿੰਪਲ ਜੀ ਗੱਲ ਹੈ, ਐਕਸਪੈਂਸਿਸ ਨੂੰ ਰਿਕਾਰਡ ਕੀਤੀ ਜਾਂਦੀ ਹੈ। ਉਹ ਐਕਸਪੈਂਸਿਸ ਨੇ ਜਿਹੜੇ ਕਿ ਛੋਟੇ ਹੋਣਗੇ, ਛੁਟਕੂ ਮੁਟਕੂ ਐਕਸਪੈਂਸਿਸ। ਇਹ ਛੁਟਕੂ ਮੁਟਕੂ ਐਕਸਪੈਂਸਿਸ ਕਿਹੜੇ ਲਗਾ ਲਓ, ਜਿਵੇਂ ਰਿਕਸ਼ੇ ਵਾਲੇ ਨੂੰ 20-30 ਰੁਪਏ ਦਿੱਤਾ, ਆ ਮਾੜਾ ਮੋਟਾ ਆਪਾਂ ਚਿੱਠੀ ਪੋਸਟ ਕਰਕੇ ਆਏ ਹਾਂ, ਉਹਦੇ 25-30 ਰੁਪਏ 50 ਰੁਪਏ ਲੱਗ ਗਏ, ਠੀਕ ਹੈ। ਹੋਰ ਇਹਦੇ ਨਾਲ ਦੇ ਛੋਟੇ ਬਹੁਤ ਸਾਰੇ ਖਰਚੇ ਹੋ ਜਾਂਦੇ ਨੇ। ਸੋਚ ਕੇ ਦੇਖੋ, ਅਗਰ ਉਹਨਾਂ ਸਾਰਿਆਂ ਨੂੰ ਆਪਾਂ ਕੈਸ਼ ਬੁੱਕ 'ਚ ਰਿਕਾਰਡ ਕਰਨ ਲੱਗ ਗਏ ਤਾਂ ਜਿਹੜੀ ਆਪਣੀ ਕੈਸ਼ ਬੁੱਕ ਇੰਨੀ ਬਣਦੀ ਆ ਉਹ ਹੋਰ ਏਡੀ ਵੱਡੀ ਹੋ ਜਾਏਗੀ। ਉਹ ਪਹਿਲੀ ਵਿਚਾਰੀ ਏਡੀ ਵੱਡੀ ਟ੍ਰਾਂਜੈਕਸ਼ਨ ਨਾਲ ਭਰੀ ਹੁੰਦੀ ਹੈ। ਤਾਂ ਆਪਾਂ ਨੇ ਸਿਰਫ ਇਹ ਦਿਮਾਗ ਲਗਾਇਆ ਕਿ ਛੋਟੇ ਖਰਚਿਆਂ ਵਾਸਤੇ ਅੱਡ ਬੁੱਕ ਮੇਨਟੇਨ ਕਰਾਂਗੇ ਅਤੇ ਉਸਨੂੰ ਮੇਨਟੇਨ ਕਰਨ ਵਾਸਤੇ ਵੀ ਅਲੱਗ ਬੰਦਾ ਹੋਏਗਾ ਜਿਹਨੂੰ ਪੈਟੀ ਕੈਸ਼ੀਅਰ ਬੋਲਦੇ ਆ। ਮੇਨ ਕੈਸ਼ੀਅਰ ਅਲੱਗ ਹੋਏਗਾ, ਪੈਟੀ ਕੈਸ਼ੀਅਰ ਅਲੱਗ ਹੋਏਗਾ ਜੀ। ਅਤੇ ਗੱਲ ਕੀ ਹੈ, ਆਰਾਮ ਨਾਲ ਸਮਝੋ। ਪੈਟੀ ਕੈਸ਼ ਬੁੱਕ ਇਜ਼ ਦ ਬੁੱਕ ਵਿਚ ਇਜ਼ ਯੂਜ਼ਡ ਫॉर द ਪਰਪਜ਼ ਆਫ ਰਿਕਾਰਡਿੰਗ ਐਕਸਪੈਂਸਿਸ। ਮੇਨਲੀ ਖਰਚੇ ਰਿਕਾਰਡ ਕਰਦੇ ਹਾਂ ਇਨਵੋਲਵਿੰਗ ਸਮਾਲ ਅਮਾਊਂਟਸ, ਜਿਹੜੇ ਕਿ ਛੋਟੀ ਅਮਾਊਂਟ, ਘੱਟ ਅਮਾਊਂਟ ਵਾਲੇ ਹੁੰਦੇ ਨੇ ਜੀ। ਮੋਟੀ ਗੱਲ ਤਾਂ ਇਹ ਹੈ। ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਰਿਕਾਰਡ ਕੀਤੀ ਜਾਂਦੀ ਹੈ। ਮੈਂ ਤਾਂ ਪਹਿਲੇ ਹੀ ਕਹਿ ਰਿਹਾ ਵੀ ਖਰਚੇ ਹੀ ਰਿਕਾਰਡ ਹੁੰਦੇ ਨੇ, ਬਟ ਉਹ ਖਰਚਿਆਂ ਤੋਂ ਇਲਾਵਾ ਇੱਕ ਚੀਜ਼ ਹੋਰ ਰਿਕਾਰਡ ਕਰਾਂਗੇ। ਉਹ ਇੱਕ ਚੀਜ਼ ਹੈਗੀ ਹੈ ਰਿਸੀਟ ਫਰੋਮ ਦਾ ਮੇਨ ਕੈਸ਼ੀਅਰ। ਕਿ ਜਿਹੜਾ ਮੇਨ ਕੈਸ਼ੀਅਰ ਪਹਿਲਾਂ ਪੈਸੇ ਦੇਊਗਾ, ਫਿਰ ਉਸੇ ਪੈਸੇ ਵਿੱਚੋਂ ਖਰਚੇ ਹੋਣਗੇ। ਬਸ ਆਹ ਦੋ ਚੀਜ਼ਾਂ ਰਿਕਾਰਡ ਕਰਾਂਗੇ। ਪੈਸੇ ਦਾ ਆਉਣਾ, ਕਿਉਂਕਿ ਬਿਨਾਂ ਪੈਸੇ ਆਏ ਤਾਂ ਖਰਚੇ ਕਿੱਥੋਂ ਕਰੋਗੇ, ਓਬਵੀਅਸ ਹੈ, ਉਧਾਰ ਥੋੜ੍ਹੀ ਮਿਲਣ ਲੱਗਿਆ ਖਰਚੇ ਕਰਨ ਵਾਸਤੇ ਤੁਹਾਨੂੰ।
ਮੇਨ ਕੈਸ਼ੀਅਰ ਪੈਟੀ ਕੈਸ਼ੀਅਰ ਨੂੰ ਪੈਸੇ ਦੇਗਾ ਤੇ ਪੈਟੀ ਕੈਸ਼ੀਅਰ ਉਸੇ ਪੈਸੇ ਵਿੱਚੋਂ ਖਰਚਾ ਕਰੇਗਾ। ਬਸ ਇੰਨੀ ਕੁ ਗੱਲ ਹੈ। ਅਗਲੀ ਗੱਲ ਸਿਸਟਮ ਦੀ ਆਉਂਦੀ ਹੈ। ਸਿਸਟਮ ਇਹਦੇ ਵਿੱਚ ਦੋ ਤਰ੍ਹਾਂ ਦਾ ਹੈ, ਇੱਕ ਸਿੰਪਲ ਸਿਸਟਮ ਹੈ, ਇੱਕ ਇੰਪਰੈਸਡ ਸਿਸਟਮ ਹੈ। ਬੁੱਕ ਵਾਲੀ ਲੈਂਗੁਏਜ ਪੜ੍ਹੋਗੇ ਤਾਂ ਥੋੜ੍ਹੇ ਜਿਹੇ ਬੋਲਦੇ ਜਾਓਗੇ। ਮੈਂ ਸਿੰਪਲ ਜਿਹੇ ਤਰੀਕੇ ਨਾਲ ਤੁਹਾਨੂੰ ਪ੍ਰੈਕਟੀਕਲੀ ਸਮਝਾਉਣਾ। ਦੇਖੋ ਇੱਕ ਗੱਲ ਹੋਰ ਤੁਹਾਨੂੰ ਦੱਸਦਾ, ਪੈਟੀ ਕੈਸ਼ ਬੁੱਕ ਇਹ ਵੀਕਲੀ ਬਣਾ ਸਕਦੇ ਹਾਂ, ਮੰਥਲੀ ਬਣਾ ਸਕਦੇ ਹਾਂ, ਕੁਆਟਰਲੀ ਤਾਂ ਚਲੋ ਜ਼ਿਆਦਾ ਲੰਬਾ ਹੋ ਜਾਂਦਾ ਕੰਮ। ਮੇਨਲੀ ਇਸ ਤਰੀਕੇ ਨਾਲ ਬਣਦੀ ਹੈ, ਵੀਕਲੀ ਮੰਥਲੀ, ਠੀਕ ਹੈ ਵੀ ਹਰ ਹਫਤੇ ਦੀ ਬਣ ਰਹੀ ਹੈ, ਹਰ ਮਹੀਨੇ ਦੀ ਬਣ ਰਹੀ ਹੈ। ਅਤੇ ਗੱਲ ਕੀ, ਹਰ ਹਫਤੇ ਮੇਨ ਕੈਸ਼ੀਅਰ ਪੈਟੀ ਕੈਸ਼ੀਅਰ ਨੂੰ ਪੈਸੇ ਦੇਗਾ ਅਤੇ ਉਸ ਦੇ ਵਿੱਚੋਂ ਹੀ ਪੈਟੀ ਕੈਸ਼ੀਅਰ ਖਰਚਾ ਕਰੇਗਾ। ਸਿੰਪਲ ਗੱਲ, ਪੈਸੇ ਦੇਗਾ ਅਤੇ ਉਹ ਖਰਚਾ ਕਰੇਗਾ। ਸੇਮ ਉਹੀ ਗੱਲ ਹੈ ਜਿਵੇਂ ਤੁਸੀਂ ਜਿਵੇਂ ਹੋ ਪੇਰੈਂਟਸ ਤੋਂ ਪੈਸੇ ਲੈਂਦੇ ਹੋ, ਜਿਹਨੂੰ ਤੁਸੀਂ ਪੋਕਟ ਮਨੀ ਬੋਲਦੇ ਹੋ, ਉਹਦੇ ਵਿੱਚੋਂ ਖਰਚਾ ਕਰ ਦਿੰਦੇ ਹੋ, ਠੀਕ ਹੈ। ਹੁਣ ਇੱਥੇ ਇੱਕ ਸਪੈਸ਼ਲ ਗੱਲ ਆਉਂਦੀ ਹੈ, ਸੋਚ ਕੇ ਦੇਖਿਓ ਜ਼ਰਾ। ਹਫਤੇ ਵਾਸਤੇ ਤੁਹਾਨੂੰ ਤੁਹਾਡੇ ਪਾਪਾ ਨੇ 500 ਰੁਪਏ ਦਿੱਤੇ, ਠੀਕ ਹੈ, 500 ਰੁਪਏ ਤੁਹਾਨੂੰ ਤੁਹਾਡੇ ਪਾਪਾ ਨੇ ਦਿੱਤੇ ਅਤੇ ਉਹਦੇ ਵਿੱਚੋਂ ਤੁਸੀਂ 400 ਰੁਪਇਆ ਖਰਚ ਕਰ ਲਿਆ। 400 ਰੁਪਇਆ ਉਡਾਤਾ। ਹੁਣ ਇਹ ਨਾ ਪੁੱਛੋ ਕਿੱਥੇ ਉਡਾਇਆ, ਪਰ ਉਡਾਤਾ। ਅਤੇ ਬਚਿਆ ਕਿੰਨਾ? ਓਬਵੀਅਸਲੀ 100 ਰੁਪਇਆ। ਹੁਣ ਇੱਥੇ ਦੋ ਗੱਲਾਂ ਆਉਂਦੀਆਂ ਨੇ ਕਿ ਅਗਲੇ ਹਫਤੇ ਨੈਕਸਟ ਵੀਕ ਤੁਹਾਡੇ ਪਾਪਾ ਤੁਹਾਨੂੰ ਕਿੰਨੇ ਪੈਸੇ ਦੇਣਗੇ। ਹੁਣ ਇਹਦੇ ਸਿੰਪਲ ਜਿਹੇ ਦੋ ਜਵਾਬ ਨੇ। ਜਾਂ ਤਾਂ ਦੇਖੋ ਨੋਰਮਲ ਹੈ, ਅਗਰ ਤੁਹਾਡੇ 'ਤੇ ਪੂਰਾ ਭਰੋਸਾ ਤੁਹਾਡੇ ਘਰਦਿਆਂ ਨੂੰ ਵੀ ਤੁਸੀਂ ਕਿਤੇ ਪੈਸੇ ਖਰਾਬ ਨਹੀਂ ਕਰੋਗੇ, ਤਾਂ ਹੋ ਸਕਦਾ ਸ਼ਾਇਦ ਤੁਹਾਨੂੰ 500 ਰੁਪਏ ਹੋਰ ਦੇ ਦੇਣ। ਹਰ ਹਫਤੇ ਵੀ 500 ਦੇਣ ਦਾ ਜਿਹੜਾ ਉਹਨਾਂ ਨੇ ਰਿਵਾਜ਼ ਬਣਾਇਆ ਅਗਰ, ਤਾਂ ਉਹ 500 ਤੁਹਾਨੂੰ ਹੋਰ ਦੇ ਦੇਣਗੇ। ਤਾਂ ਤੁਹਾਡੇ ਕੋਲ ਅੱਜ 600 ਰੁਪਏ ਹੋ ਜਾਏਗਾ। ਹੁਣ ਉਹ 600 ਦੇ ਵਿੱਚੋਂ ਤੁਸੀਂ 400 ਖਰਚਦੇ, 500 ਖਰਚਦੇ, 550 ਖਰਚਦੇ ਜਾਂ 600 ਖਰਚੋ, ਤੁਹਾਡੀ ਇੱਛਾ। ਚਲੋ ਮੰਨ ਕੇ ਚੱਲੋ 550 ਖਰਚਿਆ ਗਿਆ, ਠੀਕ ਹੈ ਜੀ। ਪਿੱਛੇ ਬਚੇ 50 ਰੁਪਏ। ਇਹ 50 ਰੁਪਏ ਤੋਂ ਇਲਾਵਾ ਫਿਰ ਤੁਹਾਡੇ ਘਰਦਿਆਂ ਨੇ ਫਿਰ 500 ਫੜਾਤਾ, ਠੀਕ ਹੈ। 550 ਖਰਚਿਆ, 50 ਬਚਿਆ, ਤੁਹਾਡੇ ਘਰਦਿਆਂ ਨੇ ਫਿਰ 500 ਫੜਾਤਾ ਤੁਹਾਨੂੰ, ਤਾਂ ਤੁਹਾਡੇ ਕੋਲ ਹੁਣ 550 ਹੋ ਗਏ। ਮੇਨ ਕੈਸ਼ੀਅਰ ਜਦੋਂ ਇੱਕ ਫਿਕਸ ਅਮਾਊਂਟ ਫॉर ਅ ਪਰਟੀਕੂਲਰ ਪੀਰੀਅਡ, ਸਪੋਜ਼ ਉਹ ਵੀਕਲੀ ਹੈ ਜਾਂ ਮੰਥਲੀ ਹੈ, ਹਰ ਮਹੀਨੇ ਉਨੇ ਪੈਸੇ ਫੜਾ ਰਿਹਾ ਜਾਂ ਹਰ ਹਫਤੇ ਉਨੇ ਪੈਸੇ ਫੜਾ ਰਿਹਾ, ਬਟ ਉਹ ਫਿਕਸ ਪੈਸੇ ਫੜਾ ਰਿਹਾ, ਹਰ ਵਾਰ ਉਨੀ ਪੈਸੇ ਫੜਾ ਰਿਹਾ, ਤਾਂ ਇਸ ਨੂੰ ਸਿੰਪਲ ਸਿਸਟਮ ਆਫ ਪੈਟੀ ਕੈਸ਼ ਬੁੱਕ ਬੋਲਦੇ ਆ ਕਿ ਹਰ ਵਾਰ ਉਨੀ ਪੈਸੇ ਫੜਾਊਗਾ ਉਹਨੂੰ। ਇੱਕ ਹੈ ਚਲਾਕੀ ਵਾਲਾ ਸਿਸਟਮ, ਉਹ ਦੇਖਿਓ ਸ਼ਾਇਦ ਤੁਹਾਨੂੰ ਵਧੀਆ ਲੱਗੇ। ਸੇਮ ਸਿਚੁਏਸ਼ਨ ਲੈਂਦੇ ਹਾਂ ਬਟ ਗੱਲਬਾਤ ਹੋਰ ਕਰਦੇ ਹਾਂ। 500 ਰੁਪਏ ਤੁਹਾਡੇ ਘਰ ਦੇ ਤੁਹਾਨੂੰ ਦਿੰਦੇ ਪਏ ਨੇ, ਹੈ ਨਾ। 100 ਰੁਪਏ ਤੁਸੀਂ 100 ਨਹੀਂ 400 ਰੁਪਏ ਤੁਸੀਂ ਖਰਚ ਕਰ ਦਿੱਤਾ, ਓਕੇ। ਪਿੱਛੇ ਬਚਿਆ ਬੈਲੈਂਸ 100 ਰੁਪਇਆ। ਅਗਲੇ ਹਫਤੇ ਅੱਜ ਮੇਰਾ ਫਸਟ ਵੀਕ ਦੀ ਗੱਲ ਹੈ, ਸੈਕਿੰਡ ਵੀਕ ਕੀ ਹੋਇਆ, ਜਦੋਂ ਤੁਸੀਂ ਕਿਹਾ ਪਾਪਾ ਪੈਸੇ, ਪਾਪਾ ਨੇ ਕਿਹਾ ਲੈ ਪੁੱਤ ਪੈਸੇ ਲੈ ਲੈ, ਕੋਈ ਚੱਕਰ ਵਾਲੀ ਗੱਲ ਨਹੀਂ, ਪਰ ਮੈਨੂੰ ਹਿਸਾਬ ਦੇ, ਤੇਰੇ ਕੋਲ ਪਿਛਲਾ ਕੋਈ ਪੈਸਾ ਬਚੇ? ਤੁਸੀਂ ਕਿਹਾ ਵੀ ਹਾਂ ਜੀ 100 ਰੁਪਏ ਬਚਿਆ, ਅਤੇ ਪਾਪਾ ਨੇ ਦਿੱਤੇ 400 ਰੁਪਏ। ਤੁਸੀਂ ਕਿਹਾ ਹੈ ਆਹ ਕੀ ਗੱਲ ਬਣੀ? ਪਾਪਾ ਕਹਿੰਦੇ ਪੁੱਤ ਪਿਛਲੇ ਹਫਤੇ 500 ਸੀਗਾ ਨਾ ਤੇਰੇ ਕੋਲ, ਇਸ ਹਫਤੇ ਵੀ 500 ਹੀ ਹੈ। ਸਿਸਟਮ ਘੈਂਟ ਹੈ। ਮਤਲਬ ਪੈਟੀ ਕੈਸ਼ੀਅਰ ਨੂੰ ਮੇਨ ਕੈਸ਼ੀਅਰ ਫਿਕਸ ਅਮਾਊਂਟ ਆਫ ਮਨੀ ਨਹੀਂ ਦੇਗਾ, ਉਹ ਓਨੇ ਕੁ ਦੇਗਾ ਜਿੰਨੇ ਕੁ ਨਾਲ ਉਹ ਪੈਸੇ, ਜਿਹੜੀ ਉਹਨੇ ਇੱਕ ਅਮਾਊਂਟ ਪਹਿਲਾਂ ਸੋਚ ਕੇ ਰੱਖੀ ਹੈ ਵੀ ਇੰਨੇ ਕੁ ਪੈਟੀ ਕੈਸ਼ੀਅਰ ਕੋਲ ਹੋਣੇ ਚਾਹੀਦੇ ਨੇ। ਜਿਵੇਂ ਤੁਹਾਡੇ ਪਾਪਾ ਸੋਚ ਕੇ ਰੱਖ ਲੈਣ ਕਿ ਤੁਹਾਡੇ ਕੋਲ 500 ਰੁਪਇਆ ਤਾਂ ਹੋਣਾ ਹੀ ਚਾਹੀਦਾ, ਅਤੇ ਤੁਸੀਂ 400 ਖਰਚ ਕਰਕੇ ਆਉਂਦੇ ਹੋ ਤਾਂ ਤੁਹਾਨੂੰ 400 ਰੁਪਇਆ ਹੋਰ ਮਿਲ ਜੂਗਾ, ਤਾਂ 500 ਤੁਹਾਡੇ ਕੋਲ ਫੇਰ ਪੂਰਾ। ਸਪੋਜ਼ ਕਰੋ ਅਗਲੀ ਵਾਰੀ ਤੁਸੀਂ 450 ਖਰਚ ਦਿੱਤਾ, ਤੁਹਾਡੇ ਕੋਲ ਬਚਿਆ 50 ਰੁਪਇਆ, ਤਾਂ ਤੁਹਾਨੂੰ ਤੁਹਾਡੇ ਪਾਪਾ ਅਗਲੀ ਵਾਰੀ 450 ਹੀ ਦੇਣਗੇ ਥਰਡ ਵੀਕ ਦੇ ਵਿੱਚ, ਤਾਂ ਕਿ ਤੁਹਾਡੇ ਕੋਲ 500 ਪੂਰਾ ਹੋ ਜਾਵੇ।
ਇਹ ਇੱਕ ਸਿਸਟਮ ਹੈ ਇੰਪ੍ਰੈਸ ਸਿਸਟਮ। ਜਦੋਂ ਮੇਨ ਕੈਸ਼ੀਅਰ ਪੈਟੀ ਕੈਸ਼ੀਅਰ ਨੂੰ ਇਸ ਹਿਸਾਬ ਨਾਲ ਪੈਸੇ ਦਿੰਦਾ ਹੈ ਕਿ ਪਿਛਲੇ ਵਾਲੇ ਰੀਇੰਬਰਸਮੈਂਟ, ਮਤਲਬ ਇਸ ਵਾਲੇ ਜਿਹੜੇ ਪੈਸੇ ਬਚੇ ਨੇ ਨਾ, ਜਿਹੜੇ ਪਿਛਲੇ ਹਿਸਾਬ 'ਚੋਂ ਅਗਰ ਪੈਸੇ ਬਚ ਵੀ ਗਏ ਨੇ, ਉਹ ਇਸ ਵਾਰ ਵਾਲਾ ਨਾ ਰੀਇੰਬਰਸ ਹੋ ਜਾਣ, ਉਹ ਮਿਕਸ ਹੋ ਕੇ ਐਗਜ਼ੈਕਟ ਓਨੀ ਅਮਾਊਂਟ ਬਣ ਜੇ ਜਿੰਨੀ ਕਿ ਪੈਟੀ ਕੈਸ਼ੀਅਰ ਕੋਲ ਹੋਣੀ ਚਾਹੀਦੀ ਹੈ, ਨਾ ਕਿ ਫਾਲਤੂ। ਤਾਂ ਤੁਹਾਨੂੰ ਦੋਨਾਂ ਹੀ ਤਰ੍ਹਾਂ ਦਾ ਕੁਐਸਚਨ ਆ ਸਕਦਾ ਹੈ, ਕੋਈ ਇਹ 'ਚ ਵੈਸੇ ਖਾਸ ਗੱਲ ਨਹੀਂ ਹੈਗੀ, ਛੋਟਾ ਜਿਹਾ ਕੰਮ ਹੈ। ਤੁਹਾਨੂੰ ਮੈਂ ਸਿਸਟਮ ਇਹ ਸਮਝਾਤਾ, ਜਦੋਂ ਅਕਾਊਂਟ 'ਚ ਕਰਾਂਗੇ ਤੁਸੀਂ ਕਹੋਗੇ ਕੋਈ ਖਾਸ ਗੱਲ ਹੈ ਹੀ ਨਹੀਂ ਸੀਗੀ। ਠੀਕ ਹੈ ਜੀ। ਬਾਕੀ ਇਸ ਤੋਂ ਬਾਅਦ ਆਪਾਂ ਅੱਗੇ ਅਕਾਊਂਟ ਕਰਦੇ ਹਾਂ। ਇਸ ਦਾ ਅੱਗੇ ਆਪਾਂ ਗੱਲ ਕਰ ਸਕਦੇ ਹਾਂ ਇਹਦੇ ਫੋਰਮੈਟ ਬਾਰੇ। ਪੈਟੀ ਕੈਸ਼ਬੁੱਕ ਦਾ ਫੋਰਮੈਟ ਕਾਫੀ ਹੱਦ ਤੱਕ ਸੌਖਾ ਹੀ ਹੈ। ਕੈਸ਼ਬੁੱਕ ਦਾ ਜਿਵੇਂ ਫੋਰਮੈਟ ਸੀ, ਤੁਹਾਨੂੰ ਕੁਝ ਗੱਲਾਂ ਤਾਂ ਯਾਦ ਹੋਣਗੀਆਂ। ਜਿਵੇਂ ਲੈਜਰ ਦੇ ਵਿੱਚ ਹੁੰਦਾ ਸੀ ਡੈਬਿਟ ਸਾਈਡ, ਕ੍ਰੈਡਿਟ ਸਾਈਡ, ਕੈਸ਼ਬੁੱਕ ਦੇ ਵਿੱਚ ਵੀ ਕਾਫੀ ਹੱਦ ਤੱਕ ਕੋਈ ਚੀਜ਼ ਸੀ ਡੈਬਿਟ ਸਾਈਡ, ਕ੍ਰੈਡਿਟ ਸਾਈਡ, ਬਟ ਸਪੈਸੀਫਿਕਲੀ ਆਪਾਂ ਇਹ ਸ਼ੋਅ ਵੀ ਕਰ ਦਿੰਦੇ ਸੀਗੇ ਕਿ ਇੱਧਰਲੀ ਸਾਈਡ ਰਿਸੀਟ ਦੀ ਸਾਈਡ ਹੈ, ਮਤਲਬ ਜਿੰਨੇ ਪੈਸੇ ਆਉਣਗੇ, ਜਿਹੜੇ ਟ੍ਰਾਂਜੈਕਸ਼ਨਸ ਤੋਂ ਪੈਸੇ ਆਉਣਗੇ ਉਹ ਸਾਰੀਆਂ ਇੱਧਰਲੇ ਪਾਸੇ ਹੋਣਗੇ, ਅਤੇ ਜਿਹੜੇ ਪੇਮੈਂਟਸ ਵਾਲੀ ਸਾਈਡ ਸੀ ਉਹ ਰਾਈਟ ਸਾਈਡ ਹੁੰਦੀ ਸੀ, ਉਹ ਇੱਧਰਲੀ ਸਾਈਡ ਹੁੰਦੀ ਸੀ। ਪੈਟੀ ਕੈਸ਼ਬੁੱਕ ਦੇ ਵਿੱਚ ਇੱਕ ਚੀਜ਼ ਤੁਹਾਨੂੰ ਮੈਂ ਖਾਸ ਗੱਲ ਦੱਸ ਦੇਵਾਂ, ਪੈਸੇ ਇੱਕ ਵਾਰ ਆਉਣਗੇ, ਸਿਰਫ ਅਤੇ ਸਿਰਫ ਇੱਕ ਵਾਰੀ। ਕਿਉਂ? ਇਨਕਮ ਨਹੀਂ ਹੁੰਦੀ ਪੈਟੀ ਕੈਸ਼ੀਅਰ ਨੂੰ। ਪੈਟੀ ਕੈਸ਼ੀਅਰ ਨੂੰ ਮੇਨ ਕੈਸ਼ੀਅਰ ਇੱਕ ਵਾਰ ਪੈਸੇ ਦਿੰਦਾ, ਉਹ ਚਾਹੇ ਵੀਕਲੀ ਦੇਵੇ ਚਾਹੇ ਮੰਥਲੀ ਦੇਵੇ, ਉਹ ਇੱਕ ਵਾਰ ਪੈਸੇ ਦੇਵੇਗਾ, ਫਿਰ ਉਹਨਾਂ ਵਿੱਚ ਪੈਸਿਆਂ ਵਿੱਚੋਂ ਹੀ ਅੱਗੇ ਉਹਨੇ ਖਰਚਾ ਕਰਨਾ ਹੈ। ਮੇਨ ਗੱਲ ਕਿ ਇੱਕ ਐਂਟਰੀ ਉਹ ਪੈਸੇ ਆਉਣ ਦੀ ਪਾਏਗਾ, ਸਿਰਫ ਅਤੇ ਸਿਰਫ ਇੱਕ ਐਂਟਰੀ, ਅਤੇ ਬਾਕੀ ਸਾਰੀਆਂ ਐਂਟਰੀਜ਼ ਖਰਚੇ ਐਕਸਪੈਂਸਿਸ ਦੀਆਂ ਹੋਣਗੀਆਂ। ਤਾਂ ਇਸ ਕਰਕੇ ਆਪਾਂ ਇੱਕ ਬੱਚਤ ਕੀਤੀ ਹੈ ਇਸ ਬੁੱਕ ਦੇ ਵਿੱਚ। ਆਪਾਂ ਪਰਟੀਕੂਲਰਸ ਦੇ 2 ਕੋਲਮ ਨਹੀਂ ਬਣਾਏ, ਉਹ ਜਿਹੜਾ ਟੂ ਅਤੇ ਬਾਏ, ਆਪਾਂ ਟੂ ਇੱਧਰਲੇ ਪਾਸੇ ਲਿਖਦੇ ਸੀ, ਬਾਏ ਇੱਧਰਲੇ ਪਾਸੇ ਲਿਖਦੇ ਸੀ, ਪਰ ਫਿਲਹਾਲ ਦੀ ਘੜੀ ਸਿਰਫ ਇੱਕੋ ਹੀ ਕੋਲਮ ਹੈ ਪਰਟੀਕੂਲਰ ਦਾ, ਜਿਹਦੇ ਵਿੱਚ ਆਪਾਂ ਟੂ ਵੀ ਲਿਖਾਂਗੇ ਅਤੇ ਬਾਏ ਵੀ ਲਿਖਾਂਗੇ। ਗੱਲ ਸਿਰਫ ਇੰਨੀ ਕਿ ਇੱਕ ਟ੍ਰਾਂਜੈਕਸ਼ਨ ਪਾਉਣੀ ਹੈ ਨਾ, ਤਾਂ ਕਰਕੇ ਟੂ ਕੈਸ਼, ਜਾਂ ਇਹ ਹੋ ਸਕਦਾ ਵੀ ਉਹ ਚੈੱਕ ਫੜਾ ਦੇਵੇ, ਜੋ ਮਰਜ਼ੀ ਫੜਾਵੇ, ਆਪਾਂ ਇੱਕ ਸਿੰਪਲ ਜਿਹੀ ਐਂਟਰੀ ਪਾ ਦੇਣੀ ਹੈ। ਠੀਕ ਹੈ ਜੀ। ਇਹਦੀ ਅਮਾਊਂਟ ਜਿਹੜੀ ਪਊਗੀ, ਹਾਂ ਇਹਦੀ ਅਮਾਊਂਟ ਇੱਥੇ ਸਭ ਤੋਂ ਪਹਿਲਾ ਕੋਲਮ ਹੈ ਅਮਾਊਂਟ ਰਿਸੀਵਡ ਦਾ, ਇੱਥੇ ਅਮਾਊਂਟ ਪਏਗੀ ਜੀ। ਉਸ ਤੋਂ ਬਾਅਦ ਲੈਜਰ ਫੋਲੀਓ ਹੈ ਇਸਦਾ, ਫਿਰ ਕੈਸ਼ਬੁੱਕ ਫੋਲੀਓ ਵੀ, ਅਗਰ ਕੈਸ਼ਬੁੱਕ ਦਾ ਪੇਜ ਨੰਬਰ ਲਿਖਣਾ ਹੈ ਇੱਥੇ, ਡੇਟ ਜਿਸ ਦਿਨ ਪੈਸੇ ਮਿਲੇ, ਐਂਟਰੀ ਲਿਖੀ ਆਪਾਂ ਨੇ। ਠੀਕ ਹੈ ਜੀ। ਟੂ ਕੈਸ਼, ਟੂ ਬੈਂਕ, ਜੋ ਵੀ ਹੈ, ਅਗਰ ਕੈਸ਼ ਮਿਲਿਆ ਤਾਂ ਕੈਸ਼, ਅਗਰ ਚੈੱਕ ਮਿਲਿਆ ਤਾਂ ਆਪਾਂ ਬੈਂਕ ਅਕਾਊਂਟ ਲਿਖਦੇ ਹਾਂ, ਇਹ ਤੁਹਾਨੂੰ ਪਤਾ ਹੋਏਗਾ। ਫਿਰ ਇੱਧਰਲੇ ਪਾਸੇ ਵਾਲੀਆਂ ਟ੍ਰਾਂਜੈਕਸ਼ਨ ਵਾਸਤੇ ਲੈਜਰ ਫੋਲੀਓ ਦਾ ਕੋਲਮ, ਫਿਰ ਵਾਊਚਰ ਨੰਬਰ ਵੀ ਯੂਜ਼ ਹੋ ਸਕਦਾ ਹੈ ਕਿਤੇ। ਵਾਊਚਰ ਨੰਬਰ ਕਿਆ ਹੁੰਦਾ ਕਿ ਉਹ ਟ੍ਰਾਂਜੈਕਸ਼ਨ ਨਾਲ ਰਿਲੇਟਡ ਕਈ ਵਾਰ ਵਾਊਚਰਸ ਮਿਲ ਜਾਂਦੇ ਨੇ, ਫਿਰ ਉਹ ਵਾਊਚਰ ਸੋਰਸ ਡਾਕੂਮੈਂਟ ਦਾ ਕੰਮ ਕਰਦੇ ਨੇ, ਅਤੇ ਉਹ ਵਾਊਚਰ ਆਪਾਂ ਨੰਬਰ ਲਿਖ ਦਿੰਦੇ ਹੁੰਦੇ ਹਾਂ, ਹਰੇਕ ਵਾਊਚਰ ਉੱਤੇ ਨੰਬਰ ਪਾਇਆ ਹੁੰਦਾ, ਤੁਹਾਨੂੰ ਪਤਾ। ਅੱਗੇ ਇਹ ਲਾਸਟ ਕੋਲਮ ਹੈ ਅਮਾਊਂਟ ਪੇਡ ਦਾ, ਜਿੰਨੇ ਵੀ ਖਰਚੇ ਹੋਣਗੇ। ਦੇਖੋ ਪਹਿਲੀ ਐਂਟਰੀ ਪਊਗੀ ਕੈਸ਼ ਆਉਣ ਦੀ, ਬਾਕੀ ਸਾਰੀਆਂ ਨੀਚੇ ਐਂਟਰੀ ਪੈਣਗੀਆਂ, ਬਾਏ ਲਾ ਲਓ, ਬਾਏ ਪੋਸਟੇਜ, ਬਾਏ ਸਟੇਸ਼ਨਰੀ, ਬਾਏ ਟੈਲੀਗ੍ਰਾਮ ਹੋ ਸਕਦਾ। ਠੀਕ ਹੈ ਜੀ। ਛੋਟੇ ਬਾਏ ਕਨਵੀਨੀਅੰਸ ਚਾਰਜ ਹੋ ਸਕਦੇ ਨੇ, ਬਾਏ ਟਰੈਵਲਿੰਗ ਐਕਸਪੈਂਸਿਸ ਹੋ ਸਕਦਾ। ਛੋਟੇ ਖਰਚੇ ਸਾਰੇ ਦੇ ਸਾਰੇ ਬਾਏ ਕਰਕੇ ਪੈ ਜਾਣਗੇ ਇੱਥੇ। ਤਾਂ ਇੱਥੇ ਹੈਡਸ ਆਫ ਐਕਸਪੈਂਸਿਸ ਸਾਰੇ ਨੀਚੇ ਆਉਣਗੇ, ਉਹਨਾਂ ਦੀ ਅਮਾਊਂਟ ਇਸ ਤਰੀਕੇ ਨਾਲ ਪੈ ਜਾਏਗੀ। ਠੀਕ ਹੈ। ਇੱਕ ਖਾਸ ਮੈਂ ਗੱਲ ਹੋਰ ਦੱਸਾਂ, ਜਿਹੜਾ ਇਹ ਫੋਰਮੈਟ ਹੈ ਉਹ ਹੈਗਾ ਜੀ ਸਿੰਪਲ ਪੈਟੀ ਕੈਸ਼ ਬੁੱਕ ਵਾਸਤੇ, ਸਿੰਪਲ ਪੈਟੀ ਕੈਸ਼ ਬੁੱਕ। ਅਗਲੀ ਗੱਲ ਖਾਸ ਇਹ ਹੈ ਕਿ ਇੱਕ ਹੋਰ ਵੀ ਪੈਟੀ ਕੈਸ਼ ਬੁੱਕ ਹੈਗੀ ਹੈ, ਜਿਹੜੀ ਕਈ ਵਾਰ ਪੇਪਰ 'ਚ ਪੁੱਛ ਲਈ ਜਾਂਦੀ ਹੈ, ਉਸ ਨੂੰ ਆਪਾਂ ਕਹਿੰਦੇ ਹਾਂ ਐਨਾਲੀਟੀਕਲ ਪੈਟੀ ਕੈਸ਼ ਬੁੱਕ। ਐਨਾਲੀਟੀਕਲ ਪੈਟੀ ਕੈਸ਼ ਬੁੱਕ ਦੇਖੋ, ਇਸ ਤੋਂ ਬਾਅਦ ਤੁਹਾਨੂੰ ਦੱਸਦਾ ਮੈਂ। ਅਤੇ ਹੁਣ ਆਪਾਂ ਗੱਲ ਕਰੀਏ ਐਨਾਲੀਟੀਕਲ ਪੈਟੀ ਕੈਸ਼ ਬੁੱਕ ਦੀ। ਜਿਵੇਂ ਕਿ ਤੁਹਾਨੂੰ ਦਿਖ ਰਿਹਾ, ਥੋੜ੍ਹੀ ਜਿਹੀ ਲੰਬੀ ਜਿਹੀ ਹੈ, ਬਟ ਟੈਨਸ਼ਨ ਨਾ ਲੈਣਾ, ਜਮੀ ਸੌਖੀ ਹੈ। ਆਪਾਂ ਜਸਟ ਕੀਤਾ ਕੀ ਹੈ ਕਿ ਸਿੰਪਲ ਪੈਟੀ ਕੈਸ਼ ਬੁੱਕ ਦੇ ਨਾਲ ਥੋੜ੍ਹੇ ਜਿਹੇ ਹੋਰ ਕੋਲਮਸ ਜੋੜ ਦਿੱਤੇ। ਬੜਾ ਆਰਾਮ ਨਾਲ ਦੇਖਿਓ, ਗੱਲਾਂ ਵੀ ਨੇ। ਆ ਪਰਟੀਕੂਲਰ ਪਿਆ ਆਪਣਾ, ਜਿਹਦੇ ਵਿੱਚ ਆਪਾਂ ਟੂ ਕੈਸ਼ ਜਾਂ ਬੈਂਕ ਲਿਖਾਂਗੇ।
ठीक है। उस तो बाद बाय पोस्टेज सपोज करो, बाय ट्रैवलिंग एक्सपेंसिस, बाय कोरियर एक्सपेंस, बाय कन्वेंस चार्जिस। तो इस तरीके के बहुत सारे। गल की कैश ते बैंक वाली अमाउंट इत्थे आएगी अमाउंट रिसीव्ड च। उस तो बाद मैं डेट का कॉलम बनाया तो वाउचर नंबर पिछले वाली चो मैं थोड़े जे कॉलम कट कर दिते ताकि तुहानूं आ चंगी तरह दिखा सकां। मेन गल की है यही पहले दी अमाउंट आप इत्थे पा दिंदे आ। ओके, उस तो बाद फिर आप इन्हां दी अमाउंट आप इत्थे पानी शुरू करते हैं। इत्थे टोटल पेमेंट्स का पहला कॉलम है, कली कली दी अमाउंट पा दी। ओके, हुण ये कॉलम्स की सोच के बनते हैं, बड़ा जिहा ध्यान नाल समझो। कुछ ऐसे भी ने जिहड़े खर्चे वार वार होंदे रहिंदे ने। जिहड़े खर्चे वार होंदे पे ने उन्हां वास्ते आपां अलग कॉलम्स बना लेने। सब तो पहला कन्वेंस चार्जिस है। कन्वेंस यही चीज़ होंदी है कि एक समान नूं दूजे थां ते लैके जाना, एक थां तो दूजे थां ते, या किसी बंदे नूं एक थां दूजे थां लैके जाना, या ईवन कि प्रॉपर्टी नूं भी अगर आपां लीगली ट्रांसफर करते हैं ना किसी दूजे बंदे नूं तो उन्होंने भी कन्वेंस के विच ही आ जाता होंदा। कोरियर चार्जिस वांगू ला लो या कुछ होर लगा लो, डिलीवरी वांगू। तो खर्चा है छोटा मोटा, कार्टेज है कोरियर वांगू हो जाता। हाँ, कार्टेज सॉरी डिलीवरी एक्सपेंसिस वांगू, मतलब समान जो लद के गड्डे ते या टैंपू वगैरह ते वो आप जो ट्रांसफर करते हैं उन्होंने कह दें। स्टेशनरी अपना छोटा मोटा पेंसिल इरेजर नोटबुक वगैरह इन्हों का खर्चा है। पोस्ट कोरियर तुहानूं पता ही है चिट्ठी वगैरह भेजन का। अगे कुछ ऐसे एक्सपेंसिस जिहड़े कि वो इन्हां सारे कॉलम्स च नहीं आएंगे। देखो ये कॉलम्स कोई पक्का नहीं गा भी यही आउंदे ने, डिपेंड करता क्वेश्चन नूं देख के कि जिहड़ियां मतलब वार वार रिपीट हो रही ने उन्होंने देख के आपां ये कॉलम्स बना दिंदे हुंदे आ। जिवें कि एक कॉलम होर बन सकदा सीगा ट्रैवलिंग चार्जिस का, ट्रैवलिंग एक्सपेंसिस का। वैसे कन्वेंस दे विच आ जांदा हुंदा, उसनूं ऐड कर सकदे हुंदे आ। गल एक खास ये है कि जिन्होंने तुसीं इत्थे नहीं रखना, अगर कुछ फालतू के होर खर्चे हैगे ने उन्होंने तुसीं सन्डरी एक्सपेंसिस दे विच लिख सकते हो। हुण लिखण दा ढंग की है वो माड़ा जिहा मेरे तो समझ लो। जिवें कि बाय पोस्टेज है, सपोज करो, चलो पहले आपां काम सपोज करो क्वेश्चन स्टार्ट कर लैंदे आ। 2000 रुपया इत्थे आया, ठीक है। डेट मैं पा देना अप्रैल 1 नूं, तो अपनी गड्डी स्टार्ट हुई इत्थे अप्रैल 3 तो खर्चों की। पोस्टेज का अपना लग्या 200 रुपया। हुण इत्थे पोस्टेज का 200 रुपया लग्या, ये सेम टू सेम बिल्कुल ये सीध विच 200 रुपया इत्थे लिखना। किहड़े कॉलम च? जिहड़ा पोस्टेज एंड कोरियर का कॉलम है। नैक्सट है ट्रैवलिंग एक्सपेंसिस का। ट्रैवलिंग एक्सपेंसिस मैं क्या कन्वेंस के विच ही आ सकता है। सपोज करो 50 रुपये लगे ने तो मैं 50 इत्थे भी लिख देना। कोरियर के एक्सपेंसिस सपोज करो 300 लग गए तो 300 मैं कोरियर अपना पोस्टेज एंड कोरियर के विच आ जाएगा 300 इत्थे। कन्वेंस चार्जिस फिर दोबारा वही चीज़ आ गई। सपोज करो 100 लग गया तो 100 इत्थे पा देना मैं। सपोज करो स्टेशनरी भी हैगी है, ठीक है जी। स्टेशनरी 50 रुपए की है, इत्थे भी मैं पा देना। फिर सपोज करो कोरियर के आगे चार्जिस दोबारा तो यह लग गया अपने को सपोज 200 रुपये लग गए जी, तो इत्थे फिर 200 रुपये मैं इत्थे भी पा देना। ओके, काम आसान ही है, कुछ ज़्यादा औखा नहीं है। अच्छा सपोज करो एक लास्ट मैं दस दवा सोचा मैं कोई ऐसे आ जाए जिवें वेजिज है। हुण तुसीं देखो वेजिज के नाम का मैं कॉलम तक बनाया नहीं है भाई, क्योंकि मैं देखा भी क्वेश्चन के सिर्फ एक बार लिखा पाया तो वह हैगा जी मान के चलो 500 रुपये वेजिज। तो ये 500 कॉलम तो नहीं है अपना बनाया हुआ ना जो कोई तो सुंदरी सॉरी कई बच्चे सन्डरी एक्सपेंसिस नूं सुंदरी एक्सपेंसिस कहते थे। मैं क्या वाह बेटा बहुत सोहना नाम रखे। सन्डरी एक्सपेंसिस मतलब मिसलेनियस एक्सपेंसिस होंदे ने जिन्होंने कोई पर्टिकुलर टाइप नहीं मिलती, छोटे मोटे खर्चे सारे फिर आप सन्डरी एक्सपेंसिस विच पा देंगे। तो मैंने याद आ गया सुंदरी
500 ਇੱਥੇ, ਇਹਦੇ ਬਿਲਕੁਲ ਸੀ ਦੇ ਵਿੱਚ 500 ਆਪਾਂ ਇੱਥੇ ਲਿਖ ਦੇਵਾਂਗੇ ਜੀ। ਇੰਨੀ ਗੱਲ ਓਕੇ ਹੋਈ? ਮੈਨੂੰ ਲੱਗਦਾ ਸੀ ਨਹੀਂ ਹੈ, ਬਸ थोड़ा ऊपर लिखिए। इस तो बाद की करना अपन, बस लास्ट काम है बैलेंस कटना जी। टोटल वैसे इतने पहला कर लो 200 3 5 550 हो गया 900, ये हो गया 1400 का टोटल हो गया जी। ठीक है, टोटल करके मैंने एक बार दस्यो वैसे कमेंट करके टोटल सही है कितने भुलेखा तो नहीं लग गया मैंने, कई बार लग जाता होंगे। तो देखो इधरले पासे टोटल तुसी आप देख सकते हो, टोटल जो इधरले पासे बनेगा वो बनेगा जी 2000 रुपए का। इधरले पासे आएगा अपने को बैलेंस CD कितना आएगा 2000 रुपए ਤੁਹਾਡੇ ਕੋਲ ਸੀ टोटल। इधरले पासे का कॉलम राइट साइड का टोटल आया 1400 आया, 2000 से 1400 माइनस करो 600 का बैलेंस बचे तो अपनी कहानी खत्म, 2000 पूरे कर देते। ठीक है, एक काम होर करना ज़रूरी है, नहीं मार्क्स गए समझो। तुसी इत्थे निबेड़ लिया काम है, ये चीज़ टोटल आ गई असल च। टोटल हुण जिवें तुहानूं याद होऊगा जे आपां बैलेंस CD लिखदे सी तो तुहानूं याद आपां बैलेंस BD भी लिखदे हुंदे सी, तो इत्थे बैलेंस BD जरूर लिखांगे। कितना 600 रुपया, जिन्ना CD होना BD, ये तो गल्लां पता ही ने। एक खास गल होर, अगर तो वो च लिखिया पिया है भी कैश बुक जिहड़ा है ये पैटी कैश बुक इंप्रैस्ड सिस्टम नाल चलदा, इंप्रैस्ड सिस्टम नाल। वैसे ज़्यादातर क्वेश्चन एवं आंदा हुंदा कि इंप्रैस्ड सिस्टम वाला कैश पैटी कैश बुक है, तो अगली बार जिहड़ा उहनूं कैश मिलूगा 2000 पूरा करन जोगा ही मिलूगा, मतलब 1400 रुपये उन्होंने होर दूगा मेन कैशियर। अगर इंप्रैस्ड सिस्टम है, अगर अपना दूजा सिस्टम है सिंपल सिस्टम है तो इत्थे आप 2000 लिख के क्वेश्चन मुका देवांगे। तो क्वेश्चन थोड़ा इत्थे खत्म हो चुका है जी। ठीक है, तो इत्थे आप बाकी कॉलम्स का भी टोटल कर लवांगे। इहदा आया 150, ਇਹਦਾ कुछ नहीं आया, कार्टेज है ही नहीं सीगा। कार्टेज वैसे मैं लै लैंदा अगर सपोज करो हुण तुहाडे वास्ते मैं बनाया पिया सीगा कार्टेज, मतलब कॉलम तां ही बनाए जे अगर इत्थे इन्हां च होया। हुण इत्थे मैं तां बनाता क्योंकि पहले ही बनाया पिया सीगा। ठीक है, नहीं तो बनाउण दी जरूरत नहीं हैगी। चलो इन्हां हुण खाली छड्ड दिंदे आ। इत्थे 50, इत्थे बने अपने 700 रुपया, इत्थे बने अपना 500 रुपया। तो एक चीज़ होर भी तुसीं बड़ी सोहनी कर सकदे हो, तुसीं बड़े प्यारे बच्चे हो। वो क्या तो मैं दिखाना, देखो जिन्ना भी खर्चा होया इत्थे लिखे जिहड़े सारे आपां ने वो इधरले पासे भी लिखे ने, है ना। कला कला लिखिया तो हैगा ही है, किसी ना किसी कॉलम तो लिखिया ही है, मतलब इन्हां सारियां दा टोटल इहदे नाल मैच करदा। हुण चेक करिए 150 ते 50, 200 ते 700, 900 ते 500, 1400, 1400 रुपये पूरा हो गया अपना। बस इन्ना काम है जी। तुहानूं आ गई पैटी कैश बुक मुबारकां ने। यह तुहानूं एनालिटिकल समझाई है। अगर जो दूजी सिंपल पैटी कैश बुक होवे वो भी दिखा देवां, फिर बच्चे कहते हैं सर जी तुसीं सिंपल नहीं करवाई एनालिटिकल करवाती। देखो सिंपल भी किवें करनी है, सिंपल हुंदी अगर यही क्वेश्चन अगर सिंपल दा हुंदा तां आपां ये सारा हिस्सा इरेज कर देंदे, मतलब एक हिस्सा बनांदे ही ना। ठीक है जी, आ सारा हिस्सा अपना इधरों साफ हो जाता, तो ये बन जाती है अपनी सिंपल वाली पैटी कैश बुक। बस अपनी पैटी कैश बुक होगी जी। तो इस वीडियो च बस इन्ना को ही, मिलते हैं आप नैक्सट वीडियो दे विच। ये वीडियो तुहानूं किवें लगी प्लीज़ नीचे कमेंट करके दस्सिओ जी। बाकी साड़ियां होर वीडियोज़ के लिंक तुहानूं इत्थे मिल जाणगे। सबसक्राइब जरूर कर लियो, वध तो वध प्लीज़ चैनल में शेयर करियो। तो अगर तुसी मेरे काम नूं सपोर्ट करना चाहते हो तो नीचे पेटीएम नंबर दिता होया। चंगा जी, सत श्री अकाल।